ਸਤਿ ਸ਼੍ਰੀ ਅਕਾਲ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਰਚਨਾ ਸੇਵਕ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ ਤੇ। ਸਟੈਟਿਸਟਿਕਸ ਕੈਨੇਡਾ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਨਵੇਂ ਅੰਕੜਿਆਂ ਅਨੁਸਾਰ ਨਵੰਬਰ ਮਹੀਨੇ ਕੈਨੇਡਾ ਵਿੱਚ 25,000 ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ। ਨੌਕਰੀਆਂ ਵਿੱਚ ਇਸ ਹਲਕੇ ਵਾਧੇ ਦੇ ਬਾਵਜੂਦ ਬੇਰੁਜ਼ਗਾਰੀ ਦਰ ਵੱਧ ਕੇ 5.8% ਦਰਜ ਕੀਤੀ ਗਈ। COP28 ਦੇ ਪਹਿਲੇ ਦਿਨ ਇੱਕ ਨਵਾਂ ਕਲਾਈਮੇਟ ਫੰਡ ਸਥਾਪਿਤ ਕਰਨ ਦਾ ਹੋਇਆ ਇਤਿਹਾਸਿਕ ਸਮਝੌਤਾ। ਕੈਨੇਡਾ ਨੇ ਵੀ ਇਸ ਫੰਡ ਵਿੱਚ $16 ਮਿਲੀਅਨ ਦੇ ਯੋਗਦਾਨ ਦੀ ਪ੍ਰਗਟਾਈ ਵਚਨਬੱਧਤਾ। ਵੀਰਵਾਰ ਨੂੰ ਓਨਟਾਰੀਓ ਵਿੱਚ ਹੋਈਆਂ ਜ਼ਿਮਣੀ ਚੋਣਾਂ ਵਿੱਚ ਗ੍ਰੀਨ ਪਾਰਟੀ ਦੀ ਜਿੱਤ ਹੈ। ਕਲੈਂਸੀ ਨੇ NDP ਉਮੀਦਵਾਰ ਨੂੰ ਹਰਾ ਕੇ ਕਿਚਨਰ ਸੈਂਟਰ ਦੀ ਇਸ ਸੀਟ ਉੱਤੇ ਕੀਤਾ ਕਬਜ਼ਾ। 2018 ਤੋਂ ਇਸ ਸੀਟ ਉੱਤੇ ਸੀ NDP ਦਾ ਹੀ ਕਬਜ਼ਾ। ਅਤੇ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਖੇ ਭਿਆਨਕ ਸੜਕ ਹਾਦਸੇ ਵਿੱਚ ਮੌਤ। ਬਲਾਕ ਮਾਹਿਲਪੁਰ ਦੇ ਦਲਵੀਰ ਸਿੰਘ 6 ਸਾਲ ਪਹਿਲਾਂ ਆਇਆ ਸੀ ਕੈਨੇਡਾ। ਕਾਰ ਅਤੇ ਟਰੈਕਟਰ ਨਾਲ ਹੋਈ ਭਿਆਨਕ ਟੱਕਰ 'ਚ ਹੋਈ ਦਲਵੀਰ ਸਿੰਘ ਦੀ ਮੌਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਸਟੈਟਿਸਟਿਕਸ ਕੈਨੇਡਾ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਹੋਏ ਨਵੇਂ ਅੰਕੜਿਆਂ ਅਨੁਸਾਰ ਨਵੰਬਰ ਮਹੀਨੇ ਕੈਨੇਡਾ ਵਿੱਚ 25,000 ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ। ਨੌਕਰੀਆਂ ਵਿੱਚ ਇਸ ਹਲਕੇ ਵਾਧੇ ਦੇ ਬਾਵਜੂਦ ਬੇਰੁਜ਼ਗਾਰੀ ਦਰ ਵੱਧ ਕੇ 5.8% ਦਰਜ ਕੀਤੀ ਗਈ, ਕਿਉਂਕਿ ਵਧੇਰੇ ਲੋਕ ਕੰਮ ਦੀ ਤਲਾਸ਼ ਵਿੱਚ ਸਨ। ਕੈਨੇਡਾ ਦੀ ਬੇਰੁਜ਼ਗਾਰੀ ਦਰ ਅਪ੍ਰੈਲ ਤੋਂ 0.8% ਅੰਕ ਵੱਧ ਚੁੱਕੀ ਹੈ। ਭਾਵੇਂ ਅਰਥਚਾਰੇ ਵਿੱਚ ਨਵੀਆਂ ਨੌਕਰੀਆਂ ਵੀ ਸ਼ਾਮਿਲ ਹੋ ਰਹੀਆਂ ਨੇ। ਨਵੰਬਰ ਦੌਰਾਨ ਪੈਦਾ ਹੋਈਆਂ ਨਵੀਆਂ ਨੌਕਰੀਆਂ ਦੀ ਗਿਣਤੀ ਅਰਥਸ਼ਾਸਤਰੀਆਂ ਦੇ ਅਨੁਮਾਨਾਂ ਨਾਲੋਂ ਵਧੇਰੇ ਰਹੀ। ਨਵੰਬਰ ਦੌਰਾਨ ਤਕਰੀਬਨ 60,000 ਨਵੇਂ ਫੁੱਲ ਟਾਈਮ ਰੁਜ਼ਗਾਰ ਦੇ ਮੌਕੇ ਪੈਦਾ ਹੋਏ, ਪਰ ਇਹ ਵਾਧਾ 34,000 ਪਾਰਟ ਟਾਈਮ ਨੌਕਰੀਆਂ ਖਤਮ ਹੋਣ ਕਰਕੇ ਹੇਠਾਂ ਆਇਆ। ਮੈਨੂਫੈਕਚਰਿੰਗ ਸੈਕਟਰ ਵਿੱਚ 28,000 ਅਤੇ ਕੰਸਟਰਕਸ਼ਨ ਸੈਕਟਰ ਵਿੱਚ 16,000 ਨਵੀਆਂ ਨੌਕਰੀਆਂ ਪੈਦਾ ਹੋਈਆਂ। ਦੂਸਰੇ ਪਾਸੇ ਪਰਚੂਨ ਅਤੇ ਥੋਕ ਵਪਾਰ ਉਦਯੋਗ ਵਿੱਚ 27,000 ਨੌਕਰੀਆਂ ਖਤਮ ਹੋਈਆਂ ਅਤੇ ਫਾਈਨੈਂਸ, ਇੰਸ਼ੋਰੈਂਸ, ਰੀਅਲ ਏਸਟੇਟ, ਰੈਂਟਲ ਅਤੇ ਲੀਜ਼ਿੰਗ ਸੈਕਟਰ ਵਿੱਚ 18,000 ਨੌਕਰੀਆਂ ਖਤਮ ਹੋਈਆਂ। COP28 ਦੇ ਪਹਿਲੇ ਦਿਨ ਦੇਸ਼ਾਂ ਵਿਚਕਾਰ ਇੱਕ ਨਵਾਂ ਕਲਾਈਮੇਟ ਫੰਡ ਸਥਾਪਿਤ ਕਰਨ ਦਾ ਇਤਿਹਾਸਿਕ ਸਮਝੌਤਾ ਹੋਇਆ ਅਤੇ ਕੈਨੇਡਾ ਨੇ ਵੀ ਇਸ ਫੰਡ ਵਿੱਚ $16 ਮਿਲੀਅਨ ਦੇ ਯੋਗਦਾਨ ਦੀ ਵਚਨਬੱਧਤਾ ਪ੍ਰਗਟਾਈ। ਫੈਡਰਲ ਵਾਤਾਵਰਣ ਮੰਤਰੀ ਸਟੀਵਨ ਗਿਲਬੋ ਨੇ ਨਵੇਂ ਸਥਾਪਿਤ ਹੋਣ ਵਾਲੇ ਜਲਵਾਯੂ ਨੁਕਸਾਨ ਫੰਡ ਵਿੱਚ ਕੈਨੇਡਾ ਵੱਲੋਂ ਸ਼ੁਰੂਆਤ ਵਿੱਚ $16 ਮਿਲੀਅਨ ਦੇਣ ਦਾ ਐਲਾਨ ਕੀਤਾ। ਦੁਬਈ ਵਿੱਚ ਚੱਲ ਰਹੇ ਜਲਵਾਯੂ ਸਿਖਰ ਸੰਮੇਲਨ COP28 ਵਿੱਚ ਬੋਲਦਿਆਂ ਗਿਲਬੋ ਨੇ ਕਿਹਾ, ਸਾਡਾ ਮੰਨਣਾ ਹੈ ਕਿ ਇਹ ਇੱਕ ਮਹੱਤਵਪੂਰਨ ਕਦਮ ਹੈ। ਕੈਨੇਡਾ 1 ਸਾਲ ਤੋਂ ਵੀ ਵੱਧ ਸਮੇਂ ਤੋਂ ਦਲੀਲ ਦੇ ਰਿਹਾ ਹੈ ਕਿ ਸਾਨੂੰ ਕਲਾਈਮੇਟ ਦੇ ਨੁਕਸਾਨ ਬਾਰੇ ਗੰਭੀਰ ਗੱਲਬਾਤ ਕਰਨੀ ਚਾਹੀਦੀ ਹੈ, ਜਿਸ ਨੂੰ ਅਸੀਂ ਤਕਰੀਬਨ 30 ਸਾਲਾਂ ਤੋਂ ਨਜ਼ਰਅੰਦਾਜ਼ ਕਰਦੇ ਰਹੇ ਹਾਂ। ਇਹ ਫੰਡ ਜਲਵਾਯੂ ਤਬਦੀਲੀ ਕਰਕੇ ਉੱਭਰ ਰਹੀਆਂ ਆਫਤਾਂ ਜਿਵੇਂ ਹੜ੍ਹ, ਸੋਕੇ ਅਤੇ ਵੱਧਦੇ ਸਮੁੰਦਰੀ ਪੱਧਰ ਨਾਲ ਸਿੰਜਣ ਲਈ ਗਰੀਬ ਦੇਸ਼ਾਂ ਦੀ ਮਦਦ ਕਰੇਗਾ। ਹੁਣ ਤੱਕ ਇਸ ਫੰਡ ਲਈ $400 ਮਿਲੀਅਨ ਜੁਟਾਏ ਜਾ ਚੁੱਕੇ ਨੇ, ਜਿਸ ਵਿੱਚ UAE ਅਤੇ ਜਰਮਨੀ ਵੱਲੋਂ $100 ਮਿਲੀਅਨ ਅਤੇ ਅਮਰੀਕਾ ਵੱਲੋਂ $17.5 ਮਿਲੀਅਨ ਦਾ ਯੋਗਦਾਨ ਪਾਇਆ ਗਿਆ ਹੈ। ਅਮਰੀਕੀ ਡਾਲਰਾਂ ਵਿੱਚ ਕੈਨੇਡਾ ਦਾ ਯੋਗਦਾਨ ਲਗਭਗ $11.8 ਮਿਲੀਅਨ ਹੈ। ਕੈਨੇਡੀਅਨ ਪੈਵੇਲੀਅਨ ਦੇ ਉਦਘਾਟਨ ਸਮਾਰੋਹ ਵਿੱਚ ਕੁਝ ਮੂਲ ਨਿਵਾਸੀ ਲੀਡਰਾਂ ਨੇ ਇਹ ਮੁੱਦਾ ਵੀ ਚੁੱਕਿਆ ਕਿ ਕੈਨੇਡਾ ਵਿੱਚ ਕਿੰਨੇ ਮੂਲ ਨਿਵਾਸੀ ਭਾਈਚਾਰਿਆਂ ਨੂੰ ਵੀ ਗੰਭੀਰ ਮੌਸਮੀ ਪ੍ਰਭਾਵਾਂ ਨਾਲ ਸਿੱਝਣ ਲਈ ਮਦਦ ਦੀ ਲੋੜ ਹੈ। ਹਾਲਾਂਕਿ ਵੀਰਵਾਰ ਨੂੰ ਐਲਾਨਿਆ ਗਿਆ ਨਵਾਂ ਫੰਡ ਸਿਰਫ ਵਿਕਾਸਸ਼ੀਲ ਦੇਸ਼ਾਂ ਲਈ ਹੈ, ਪਰ ਮਿਨਿਸਟਰ ਗਿਲਬੋ ਨੇ ਕਿਹਾ ਕਿ ਕੈਨੇਡਾ ਵਿੱਚ ਜਲਵਾਯੂ ਪਰਿਵਰਤਨ ਦੁਆਰਾ ਪ੍ਰਭਾਵਿਤ ਮੂਲ ਨਿਵਾਸੀ ਭਾਈਚਾਰਿਆਂ ਦੀ ਬਿਹਤਰ ਸਹਾਇਤਾ ਲਈ ਸਰਕਾਰ ਦੇ ਸਾਰੇ ਪੱਧਰ ਕੰਮ ਕਰਨਗੇ। ਕੈਨੇਡੀਅਨ ਸਰਕਾਰ ਵੱਲੋਂ ਨਵੇਂ ਮਿੱਥੇ ਟੀਚਿਆਂ ਅਤੇ ਤੇਲ ਉਤਪਾਦਨ ਦੇ ਨਿਕਾਸ ਤੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸੀਮਾ ਦਾ ਐਲਾਨ ਕਰਨ ਦੀ ਉਮੀਦ ਹੈ। ਗਿਲਬੋ ਨੇ ਕਿਹਾ ਕਿ ਇਸ ਸੰਮੇਲਨ ਦੌਰਾਨ ਕੈਨੇਡਾ 2050 ਤੱਕ ਬੇਰੋਕ ਜੈਵਿਕ ਇੰਧਨ ਨੂੰ ਪੜਾਅਵਾਰ ਖਤਮ ਕਰਨ ਲਈ ਇੱਕ ਇਕਰਾਰਨਾਮੇ ਲਈ ਜ਼ੋਰ ਦੇਵੇਗਾ। COP28 ਦਾ ਫੋਕਸ ਗਲੋਬਲ ਵਾਰਮਿੰਗ ਨੂੰ ਪੂਰਵ ਉਦਯੋਗਿਕ ਪੱਧਰ ਤੇ 1.5 ਡਿਗਰੀ ਸੈਲਸੀਅਸ ਤੱਕ ਸੀਮਿਤ ਰੱਖਣ ਲਈ ਨਿਕਾਸ ਨੂੰ ਘਟਾਉਣਾ ਹੈ, ਜੋ ਕਿ ਜਲਵਾਯੂ ਤਬਾਹੀ ਤੋਂ ਬਚਣ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਵੀਰਵਾਰ ਨੂੰ ਓਨਟਾਰੀਓ ਵਿੱਚ ਹੋਈਆਂ ਜ਼ਿਮਣੀ ਚੋਣਾਂ ਵਿੱਚ ਗ੍ਰੀਨ ਪਾਰਟੀ ਦੀ ਜਿੱਤ ਹੋਈ। ਇਹ ਸੀਟ ਜਿੱਤਣ ਤੋਂ ਬਾਅਦ ਪ੍ਰੋਵਿੰਸ਼ੀਅਲ ਵਿਧਾਨ ਸਭਾ ਵਿੱਚ ਪਾਰਟੀ ਆਗੂ ਮਾਈਕ ਸ਼ਟਰੇਨਰ ਦਾ ਸਾਥ ਦੇਣ ਲਈ ਐਸਲਿਨ ਕਲੈਂਸੀ ਵੀ ਪਹੁੰਚ ਗਈ ਹੈ। ਕਲੈਂਸੀ ਨੇ NDP ਉਮੀਦਵਾਰ ਨੂੰ ਹਰਾ ਕੇ ਕਿਚਨਰ ਸੈਂਟਰ ਦੀ ਇਸ ਸੀਟ ਉੱਤੇ ਕਬਜ਼ਾ ਕੀਤਾ। 2018 ਤੋਂ ਇਸ ਸੀਟ ਉੱਤੇ NDP ਦਾ ਹੀ ਕਬਜ਼ਾ ਸੀ। ਸੋਸ਼ਲ ਵਰਕਰ ਤੇ ਸਿਟੀ ਕਾਉਂਸਲਰ ਕਲੈਂਸੀ ਹੁਣ ਪ੍ਰੋਵਿੰਸ਼ੀਅਲ ਪਾਰਲੀਮੈਂਟ ਵਿੱਚ ਪਹੁੰਚਣ ਵਾਲੀ ਦੂਜੀ ਗ੍ਰੀਨ ਮੈਂਬਰ ਬਣ ਗਈ ਹੈ। ਸ਼ਟਰੇਨਰ ਗੁਐਲਫ ਹਲਕੇ ਦੀ ਨੁਮਾਇੰਦਗੀ ਕਰਦੇ ਨੇ। ਵਿਲਫ੍ਰਿਡ ਲੌਰੀਅਲ ਯੂਨੀਵਰਸਿਟੀ ਵਿੱਚ ਪੋਲੀਟੀਕਲ ਸਾਇੰਸ ਦੀ ਐਸੋਸੀਏਟ ਪ੍ਰੋਫੈਸਰ ਐਂਡਰੀਆ ਪਰੇਲਾ ਨੇ ਆਖਿਆ ਕਿ ਹੁਣ ਗ੍ਰੀਨ ਪਾਰਟੀ ਦਾ ਕੌਕਸ ਹੈ।
ਇੱਕ ਨਾਲੋਂ ਦੋ ਭਲੇ ਹੁੰਦੇ ਨੇ। ਜ਼ਿਕਰਯੋਗ ਹੈ ਕਿ ਮਾਈਕ ਮੋਰਿਕਾ ਗ੍ਰੀਨਜ਼ ਲਈ ਫੈਡਰਲ ਪੱਧਰ ਉੱਤੇ ਕਿਚਨਰ ਸੈਂਟਰ ਸਾਂਭ ਰਹੀ ਹੈ ਤੇ ਵੋਟ ਤੋਂ ਪਹਿਲਾਂ ਕਲੈਂਸੀ ਨੇ ਆਖਿਆ ਸੀ ਕਿ ਇਹ ਉਹਨਾਂ ਲਈ ਫਾਇਦੇਮੰਦ ਰਹੇਗਾ। ਕਲੈਂਸੀ ਨੇ ਆਪਣੀ ਕੈਂਪੇਨ ਟੀਮ ਦਾ ਧੰਨਵਾਦ ਕੀਤਾ। ਉਹਨਾਂ ਆਖਿਆ ਕਿ ਹੁਣ ਅਸੀਂ ਆਪਣੀ ਜੰਗ ਬਿਹਤਰ ਹਾਊਸਿੰਗ, ਚਾਈਲਡ ਕੇਅਰ ਤੇ ਟ੍ਰਾਂਜ਼ਿਟ ਲਈ ਲੜਾਂਗੇ ਤੇ ਫੋਰਡ ਸਰਕਾਰ ਅਤੇ ਉਹਨਾਂ ਦੇ ਤਬਾਹਕੁਨ ਏਜੰਡੇ ਖਿਲਾਫ ਸਟੈਂਡ ਲਵਾਂਗੇ। ਇਸ ਦੌਰਾਨ ਸ਼੍ਰੇਨਰ ਨੇ ਆਖਿਆ ਕਿ ਇਹ ਜਿੱਤ ਗ੍ਰੀਨ ਵੇਵ ਦੇ ਪਸਾਰ ਦਾ ਸਬੂਤ ਹੈ। ਕਾਨਫਰੰਸ ਬੋਰਡ ਆਫ ਕੈਨੇਡਾ ਦੀ ਇੱਕ ਨਵੀਂ ਰਿਪੋਰਟ ਅਨੁਸਾਰ ਐਡਮਿੰਟਨ ਵਿੱਚ ਇਸ ਸਾਲ 30,000 ਤੋਂ ਵੱਧ ਨਵੇਂ ਪ੍ਰਵਾਸੀਆਂ ਦੇ ਸੈਟਲ ਹੋਣ ਦੀ ਸੰਭਾਵਨਾ ਹੈ। ਪਿਛਲੇ ਸਾਲ ਐਡਮਿੰਟਨ ਵਿੱਚ ਨੈਟ ਅੰਤਰਰਾਸ਼ਟਰੀ ਪ੍ਰਵਾਸ ਦੌਰਾਨ 33,000 ਤੋਂ ਵੱਧ ਪ੍ਰਵਾਸੀ ਪਹੁੰਚੇ ਸਨ, ਜੋ ਕਿ 20 ਸਾਲ ਦੀ ਔਸਤ ਨਾਲੋਂ ਤਕਰੀਬਨ 3 ਗੁਣਾ ਗਿਣਤੀ ਹੈ। ਕਾਨਫਰੰਸ ਬੋਰਡ ਵਿੱਚ ਆਰਥਿਕ ਅਨੁਮਾਨਾਂ ਦੇ ਨਿਰਦੇਸ਼ਕ ਟੈਡ ਮੈਲਟ ਕਹਿੰਦੇ ਨੇ ਕਿ ਇਸ ਰੁਝਾਨ ਦੇ ਕਈ ਕਾਰਨ ਨੇ। ਇੱਕ ਕਾਰਨ ਫੈਡਰਲ ਸਰਕਾਰ ਵੱਲੋਂ ਇਮੀਗ੍ਰੇਸ਼ਨ ਨੂੰ ਤੇਜ਼ ਕਰਨਾ ਹੈ। ਟੈਡ ਅਨੁਸਾਰ ਕੈਲਗਰੀ ਅਤੇ ਐਡਮਿੰਟਨ ਵਿੱਚ ਟੋਰਾਂਟੋ ਅਤੇ ਵੈਂਕੂਵਰ ਦੇ ਮੁਕਾਬਲੇ ਵਧੇਰੇ ਬੇਜਾਂ ਤੇ ਹਾਊਸਿੰਗ ਦੀ ਮੁਕਾਬਲਾਤਨ ਘੱਟ ਲਾਗਤ ਦੇ ਹੋਰ ਅਹਿਮ ਕਾਰਨ ਨੇ। ਉਹਨਾਂ ਕਿਹਾ ਕਿ ਐਡਮਿੰਟਨ ਵਿੱਚ ਘਰਾਂ ਦਾ ਨਿਰੰਤਰ ਨਿਰਮਾਣ ਹੋ ਰਿਹਾ ਹੈ ਅਤੇ ਤੇਲ ਤੇ ਗੈਸ ਸੈਕਟਰ, ਲੋਕਲ ਨਿਰਮਾਣ ਖੇਤਰ ਅਤੇ ਸਰਵਿਸ ਸੈਕਟਰ ਕਰਕੇ ਸੂਬੇ ਦੀ ਆਰਥਿਕਤਾ ਮਜ਼ਬੂਤ ਸਥਿਤੀ ਵਿੱਚ ਹੈ। ਟੈਡ ਦਾ ਕਹਿਣਾ ਹੈ ਕਿ ਐਡਮਿੰਟਨ ਇੱਕ ਤਰ੍ਹਾਂ ਨਾਲ ਆਦਰਸ਼ ਸ਼ਹਿਰ ਹੈ ਜਿੱਥੇ ਮਜ਼ਬੂਤ ਆਰਥਿਕਤਾ ਕਰਕੇ ਚੰਗੀਆਂ ਤਨਖਾਹਾਂ ਵੀ ਨੇ ਅਤੇ ਹਾਊਸਿੰਗ ਦੀ ਸਥਿਤੀ ਵੀ ਚੰਗੀ ਹੈ। ਕਾਨਫਰੰਸ ਬੋਰਡ ਦਾ ਅਨੁਮਾਨ ਹੈ ਕਿ ਅਗਲੇ 2 ਸਾਲਾਂ ਵਿੱਚ ਐਡਮਿੰਟਨ ਵਿੱਚ ਸ਼ੁੱਧ ਅੰਤਰਰਾਸ਼ਟਰੀ ਪ੍ਰਵਾਸ ਘਟੇਗਾ, ਪਰ ਫਿਰ ਵੀ ਇਹ 20 ਸਾਲ ਦੀ ਔਸਤ ਤੋਂ ਉੱਪਰ ਰਹੇਗਾ। 2024 ਵਿੱਚ ਲਗਭਗ 21,800 ਲੋਕਾਂ ਅਤੇ 2025 ਵਿੱਚ 18,400 ਲੋਕਾਂ ਦੇ ਐਡਮਿੰਟਨ ਸੈਟਲ ਹੋਣ ਦਾ ਅਨੁਮਾਨ ਹੈ। ਟੈਡ ਅਨੁਸਾਰ ਇਸ ਨਾਲ ਆਰਥਿਕਤਾ ਵਿੱਚ ਵਧੇਰੇ ਮੰਗ ਅਤੇ ਵਧੇਰੇ ਆਮਦਨ ਪੈਦਾ ਹੋਣ ਦੀ ਸੰਭਾਵਨਾ ਹੈ, ਪਰ ਤੇਜ਼ੀ ਨਾਲ ਹੁੰਦੇ ਆਬਾਦੀ ਵਾਧੇ ਦੀਆਂ ਚੁਣੌਤੀਆਂ ਵੀ ਨੇ। ਉਹਨਾਂ ਵਿੱਚੋਂ ਇੱਕ ਚੁਣੌਤੀ ਇਹ ਯਕੀਨੀ ਬਣਾਉਣਾ ਹੈ ਕਿ ਆਬਾਦੀ ਦੇ ਵਾਧੇ ਦੇ ਨਾਲ ਨਵੀਂ ਰੀਅਲ ਏਸਟੇਟ ਉਸਾਰੀ ਦੀ ਰਫ਼ਤਾਰ ਵੀ ਬਣੀ ਰਹੇ ਤਾਂ ਜੋ ਨਵੇਂ ਆਉਣ ਵਾਲਿਆਂ ਨੂੰ ਘਰਾਂ ਜਾਂ ਅਪਾਰਟਮੈਂਟਾਂ ਦੀ ਮਾਰੋ-ਮਾਰ ਨਾ ਹੋਵੇ। ਸ਼ਹਿਰ ਦੇ ਯੋਜਨਾਕਾਰਾਂ ਨੂੰ ਉਸ ਕਿਸਮ ਦੀ ਆਮਦ ਦਾ ਪ੍ਰਬੰਧਨ ਕਰਨ ਦੇ ਯੋਗ ਹੋਣ ਲਈ ਆਪਣੇ ਪੱਬਾਂ ਭਾਰ ਹੋਣਾ ਪਵੇਗਾ, ਜਿਸ ਦੀ ਅਸੀਂ ਅਗਲੇ ਕੁਝ ਸਾਲਾਂ ਵਿੱਚ ਦੇਖਣ ਦੀ ਉਮੀਦ ਕਰ ਰਹੇ ਹਾਂ। ਵਾਰਡ ਪਾਪਾਸਟੂ ਦੇ ਕੌਂਸਲਰ ਮਾਈਕਲ ਜੈਨਸ ਨੇ ਕਿਹਾ, ਸਾਨੂੰ ਆਪਣੀ ਆਵਾਜਾਈ ਪ੍ਰਣਾਲੀ ਦੇ ਇਰਦ-ਗਿਰਦ ਸਾਡੀ ਪਲੈਨਿੰਗ ਨੂੰ ਤੇਜ਼ ਕਰਨ ਦੀ ਜ਼ਰੂਰਤ ਹੋਵੇਗੀ। ਜੈਨਸ ਨੇ ਕਿਹਾ ਕਿ ਸ਼ਹਿਰ ਦੀ ਆਬਾਦੀ ਦੇ 1.25 ਮਿਲੀਅਨ ਤੱਕ ਪਹੁੰਚਣ ਦੇ ਮੱਦੇਨਜ਼ਰ ਸਿਟੀ ਕੋਲ ਤੇਜ਼ ਬੱਸ ਆਵਾਜਾਈ ਅਤੇ ਹੋਰ ਜਨਤਕ ਆਵਾਜਾਈ ਦੇ ਵਿਕਲਪਾਂ ਦੀ ਯੋਜਨਾ ਹੈ, ਪਰ ਉਹਨਾਂ ਕਿਹਾ ਕਿ ਅਜਿਹਾ ਉਮੀਦ ਨਾਲੋਂ ਪਹਿਲਾਂ ਹੋ ਸਕਦਾ ਹੈ। ਜੈਨਸ ਨੇ ਅਨੁਸਾਰ ਸ਼ਹਿਰ ਦੀ ਆਬਾਦੀ 5 ਤੋਂ 6 ਸਾਲਾਂ ਵਿੱਚ 1.25 ਮਿਲੀਅਨ ਤੱਕ ਪਹੁੰਚ ਸਕਦੀ ਹੈ। ਜੈਨਸ ਨੇ ਕਿਹਾ ਕਿ ਐਡਮਿੰਟਨ ਨੂੰ ਇੱਕ ਅਜਿਹਾ ਸ਼ਹਿਰ ਬਣਨ ਲਈ ਕੰਮ ਕਰਨਾ ਚਾਹੀਦਾ ਹੈ ਜਿੱਥੇ ਆਵਾਜਾਈ ਲਈ ਨਿੱਜੀ ਵਾਹਨ ਜ਼ਰੂਰੀ ਨਾ ਹੋਵੇ। ਐਡਮਿੰਟਨ ਵਿੱਚ ਅੰਤਰਰਾਸ਼ਟਰੀ ਪ੍ਰਵਾਸ ਤੋਂ ਇਲਾਵਾ ਕਾਨਫਰੰਸ ਬੋਰਡ ਨੇ ਸ਼ਹਿਰ ਵਿੱਚ ਅੰਤਰ ਸੂਬਾਈ ਪ੍ਰਵਾਸ ਦੇ ਵਾਧੇ ਨੂੰ ਵੀ ਨੋਟ ਕੀਤਾ ਹੈ। 2022 ਵਿੱਚ ਐਡਮਿੰਟਨ ਛੱਡ ਕੇ ਦੂਜੇ ਸੂਬਿਆਂ ਵਿੱਚ ਜਾਣ ਵਾਲੇ ਲੋਕਾਂ ਦਾ ਸਿਲਸਿਲਾ ਖਤਮ ਹੋਇਆ ਹੈ ਅਤੇ ਸ਼ਹਿਰ ਤੋਂ ਜਾਣ ਅਤੇ ਸ਼ਹਿਰ ਵਿੱਚ ਆਉਣ ਵਾਲੇ ਲੋਕਾਂ ਦੇ ਅਨੁਪਾਤ ਵਿੱਚ 8,900 ਲੋਕ ਐਡਮਿੰਟਨ ਪਹੁੰਚੇ ਦਰਜ ਹੋਏ। ਕਾਨਫਰੰਸ ਬੋਰਡ ਦਾ ਅਨੁਮਾਨ ਹੈ ਕਿ ਮਜ਼ਬੂਤ ਨੈਟ ਮਾਈਗ੍ਰੇਸ਼ਨ ਦੇ ਕਾਰਨ 2023 ਵਿੱਚ ਐਡਮਿੰਟਨ ਦੀ ਆਬਾਦੀ ਵਿੱਚ 3.5% ਦਾ ਵਾਧਾ ਹੋਵੇਗਾ ਅਤੇ 2024 ਤੇ 2025 ਵਿੱਚ ਇਹ ਵਾਧਾ 2% ਤੋਂ ਉੱਪਰ ਰਹੇਗਾ। ਓਨਟਾਰੀਓ ਦੇ ਟ੍ਰੈਂਟਨ ਸ਼ਹਿਰ ਨੇੜੇ ਟ੍ਰੈਫਿਕ ਸਟਾਪ ਤੇ ਰੋਕੀ ਇੱਕ ਗੱਡੀ ਵਿੱਚੋਂ ਨਸ਼ਿਆਂ ਦੀ ਬਰਾਮਦਗੀ ਕਰਦਿਆਂ ਪੁਲਿਸ ਨੇ 2 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਸ਼ਨਾਖਤ ਪ੍ਰਭਜੋਤ ਸਿੰਘ ਅਤੇ ਜਸਵਿੰਦਰ ਜੱਸਲ ਵਜੋਂ ਕੀਤੀ ਗਈ ਹੈ। ਦੋਹਾਂ ਵਿਰੁੱਧ ਹੈਰੋਇਨ, ਕੋਕੀਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਆਇਦ ਕੀਤੇ ਗਏ ਨੇ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੀ ਕੁਇੰਟੇ ਵੈਸਟ ਡਿਟੈਚਮੈਂਟ ਦੇ ਅਫਸਰਾਂ ਹਾਈਵੇ 401 ਤੇ ਗਸ਼ਤ ਕਰਦਿਆਂ ਇੱਕ ਗੱਡੀ ਨੂੰ ਰੋਕਿਆ ਜੋ ਸੰਭਾਵਿਤ ਤੌਰ ਤੇ ਚੋਰੀ ਕੀਤੀ ਹੋਈ ਸੀ। ਪੁਲਿਸ ਅਫਸਰਾਂ ਨੇ ਪੁੱਛ ਪੜਤਾਲ ਆਰੰਭੀ ਤਾਂ ਸ਼ੱਕ ਵੱਧਦਾ ਗਿਆ ਅਤੇ ਗੱਡੀ ਦੀ ਤਲਾਸ਼ੀ ਦੌਰਾਨ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ, ਜਿਨ੍ਹਾਂ ਵਿੱਚ ਹੈਰੋਇਨ, ਕੋਕੀਨ ਅਤੇ ਮੈਥਮੋਫੋਟਾਮਿਨ ਸ਼ਾਮਲ ਸਨ। ਮਿਸੀਸਾਗਾ ਨਾਲ ਸੰਬੰਧਿਤ 44 ਸਾਲ ਦੇ ਜਸਵਿੰਦਰ ਜੱਸਲ ਅਤੇ ਮਿਸੀਸਾਗਾ ਦੇ ਹੀ 27 ਸਾਲਾ ਪ੍ਰਭਜੋਤ ਸਿੰਘ ਵਿਰੁੱਧ ਨਸ਼ਾ ਤਸਕਰੀ ਦੇ 3 ਦੋਸ਼ ਆਇਦ ਕੀਤੇ ਗਏ, ਜਦਕਿ ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਰੱਖਣ, ਅਣਅਧਿਕਾਰਿਤ ਤਰੀਕੇ ਨਾਲ ਕ੍ਰੈਡਿਟ ਕਾਰਡ ਰੱਖਣ ਅਤੇ ਅਣਜਾਣ ਲੋਕਾਂ ਦੇ ਸ਼ਨਾਖਤੀ ਦਸਤਾਵੇਜ਼ ਰੱਖਣ ਦੇ ਦੋਸ਼ ਵੱਖਰੇ ਤੌਰ ਤੇ ਲਾਏ ਗਏ। ਬੈਲਵਿਲ ਦੀ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ੀ ਤੱਕ ਦੋਹਾਂ ਨੂੰ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ। ਪੰਜਾਬ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਸੁਨਹਿਰੇ ਭਵਿੱਖ ਦੀ ਆਸ ਲੈ ਕੇ ਵਿਦੇਸ਼ ਜਾਂਦੇ ਨੇ, ਪਰ ਕਈ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਨੇ।
ਅਜਿਹੀ ਹੀ ਇੱਕ ਹੋਰ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਇੱਕ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਖੇ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਲਾਕ ਮਾਹਿਲਪੁਰ ਦੇ ਪਿੰਡ ਪਾਲਦੀ ਦਾ ਦਲਵੀਰ ਸਿੰਘ ਪੁੱਤਰ ਸੁਖਦੇਵ ਸਿੰਘ 6 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਿਆ ਸੀ। ਉਹ ਉੱਥੇ ਆਪਣੇ ਪਿਤਾ ਦੇ ਕੋਲ ਰਹਿ ਰਿਹਾ ਸੀ। ਕੈਨੇਡਾ ਵਿਖੇ ਕਾਰ ਅਤੇ ਟਰੈਕਟਰ ਨਾਲ ਹੋਈ ਭਿਆਨਕ ਟੱਕਰ 'ਚ ਦਲਵੀਰ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਨੇ ਅਗਲੇ ਹੀ ਮਹੀਨੇ ਆਪਣੇ ਘਰ ਪਾਲਦੀ ਵਿਖੇ ਵਾਪਸ ਪਰਤਣਾ ਸੀ। ਸੂਚਨਾ ਮੁਤਾਬਕ ਮ੍ਰਿਤਕ ਦਲਵੀਰ ਸਿੰਘ ਦੇ ਪਰਿਵਾਰ ਵਿੱਚ ਇੱਕ ਭੈਣ ਸੀ ਤੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਦਲਵੀਰ ਸਿੰਘ ਦੀ ਮੌਤ ਦੀ ਖਬਰ ਮਿਲਦਿਆਂ ਹੀ ਉਸ ਦੀ ਮਾਤਾ ਗਹਿਰੇ ਸਦਮੇ ਵਿੱਚ ਪਹੁੰਚ ਗਈ। ਖਬਰ ਮਿਲਦਿਆਂ ਹੀ ਪੂਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਸ਼ੁੱਕਰਵਾਰ ਸਵੇਰੇ ਬਰੈਂਪਟਨ ਵਿੱਚ ਇੱਕ ਗੱਡੀ ਖੰਭੇ ਨਾਲ ਟਕਰਾ ਗਈ, ਜਿਸ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਸਮੇਂ ਉਹ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਤੜਕੇ 3:10 ਦੇ ਨੇੜੇ ਹਾਈਵੇ 410 ਦੇ ਪੱਛਮ ਵੱਲ ਸੈਂਡਲਵੁੱਡ ਪਾਰਕਵੇ ਤੇ ਹਾਰਟ ਲੇਕ ਰੋਡ ਨੇੜੇ ਵਾਪਰੇ ਇਸ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਐਮਰਜੈਂਸੀ ਅਮਲਾ ਮੌਕੇ ਉੱਤੇ ਪਹੁੰਚਿਆ। ਪੁਲਿਸ ਨੇ ਦੱਸਿਆ ਕਿ ਇੱਕ ਗੱਡੀ ਖੰਭੇ ਨਾਲ ਟਕਰਾ ਗਈ। ਨਾਜ਼ੁਕ ਹਾਲਤ ਵਿੱਚ ਇੱਕ ਵਿਅਕਤੀ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ। ਜਾਂਚ ਲਈ ਸੈਂਡਲਵੁੱਡ ਨੂੰ ਹਾਰਟ ਲੇਕ ਰੋਡ ਦੇ ਪੱਛਮ ਵੱਲ ਦੋਵਾਂ ਦਿਸ਼ਾਵਾਂ ਤੋਂ ਬੰਦ ਕਰ ਦਿੱਤਾ ਗਿਆ ਹੈ। ਇਜ਼ਰਾਈਲ ਅਤੇ ਹਮਾਸ ਦਰਮਿਆਨ ਇੱਕ ਹਫ਼ਤੇ ਤੱਕ ਚੱਲੀ ਜੰਗਬੰਦੀ ਤੋਂ ਬਾਅਦ ਸ਼ੁੱਕਰਵਾਰ ਨੂੰ ਮੁੜ ਜੰਗ ਸ਼ੁਰੂ ਹੋ ਗਈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਥਿਤ ਤੌਰ ਤੇ ਖੂਫੀਆ ਏਜੰਸੀਆਂ ਨੂੰ ਹਮਾਸ ਨੇਤਾਵਾਂ ਨੂੰ ਲੱਭਣ ਅਤੇ ਮਾਰਨ ਦੇ ਆਦੇਸ਼ ਦਿੱਤੇ ਨੇ। ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਦੀ ਰਿਪੋਰਟ ਮੁਤਾਬਕ ਨੇਤਨਯਾਹੂ ਨੇ ਖੂਫੀਆ ਏਜੰਸੀਆਂ ਨੂੰ ਗਾਜ਼ਾ 'ਚ ਹੀ ਨਹੀਂ ਸਗੋਂ ਦੁਨੀਆ ਭਰ 'ਚ ਹਮਾਸ ਦੇ ਨੇਤਾਵਾਂ ਦੀ ਭਾਲ ਕਰਨ ਅਤੇ ਉਹਨਾਂ ਨੂੰ ਮਾਰਨ ਲਈ ਕਿਹਾ ਹੈ। ਇਸ ਹੁਕਮ ਤੋਂ ਬਾਅਦ ਇਜ਼ਰਾਈਲੀ ਖੂਫੀਆ ਏਜੰਸੀਆਂ ਇਸ ਹੁਕਮ ਨੂੰ ਪੂਰਾ ਕਰਨ ਦੀ ਯੋਜਨਾ ਤੇ ਕੰਮ ਕਰ ਰਹੀਆਂ ਨੇ। ਇਸ ਨੂੰ ਪੂਰਾ ਕਰਨ ਵਿੱਚ ਉਹਨਾਂ ਨੂੰ 1 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। WSJ ਦੀ ਰਿਪੋਰਟ ਵਿੱਚ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਖੂਫੀਆ ਏਜੰਸੀਆਂ ਤੁਰਕੀ, ਲਿਬਨਾਨ ਅਤੇ ਕਤਰ ਵਿੱਚ ਹਮਾਸ ਨੇਤਾਵਾਂ ਨੂੰ ਮਾਰਨ ਦੀ ਯੋਜਨਾ ਬਣਾ ਰਹੀਆਂ ਨੇ। ਮੰਨਿਆ ਜਾ ਰਿਹਾ ਹੈ ਕਿ ਹਮਾਸ ਦੇ ਕਈ ਨੇਤਾ ਕਤਰ 'ਚ ਰਹਿੰਦੇ ਨੇ। ਹਮਾਸ ਦੇ ਸਿਆਸੀ ਮੁਖੀ ਇਸਮਾਈਲ ਹਨੀਏ, ਹਮਾਸ ਦੇ ਮੁਖੀ ਯਾਹੀਆ ਸਿਨਵਰ ਅਤੇ ਖਾਨ ਯੂਨਿਸ ਦੇ ਕਸਾਈ ਵਜੋਂ ਜਾਣੇ ਜਾਂਦੇ ਨੇ, ਵੀ ਕਤਰ 'ਚ ਹੀ ਰਹਿੰਦੇ ਨੇ। ਹਮਾਸ ਦਾ ਕਤਰ ਵਿੱਚ ਰਾਜਨੀਤਿਕ ਦਫ਼ਤਰ ਵੀ ਹੈ। ਇਹ ਦਫ਼ਤਰ ਸਾਲ 2013 ਵਿੱਚ ਖੋਲ੍ਹਿਆ ਗਿਆ ਸੀ, ਜਦੋਂ ਅਮਰੀਕਾ ਨੇ ਇਸ ਨੂੰ ਬੰਦ ਕਰਨ ਦੀ ਹਰ ਕੋਸ਼ਿਸ਼ ਕੀਤੀ ਸੀ। ਗਾਜ਼ਾ ਵਿੱਚ 7 ਦਿਨਾਂ ਦੀ ਜੰਗਬੰਦੀ ਨੂੰ ਅਮਲ ਵਿੱਚ ਲਿਆਉਣ ਵਿੱਚ ਕਤਰ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ, ਜਿਸ ਕਾਰਨ ਹਮਾਸ ਨੇ ਗਾਜ਼ਾ ਤੋਂ 100 ਤੋਂ ਵੱਧ ਬੰਦਕਾਂ ਨੂੰ ਰਿਹਾ ਕਰਵਾਇਆ ਹੈ। ਅਮਰੀਕੀ ਅਖਬਾਰ ਲਿਖਦਾ ਹੈ ਕਿ ਨੇਤਨਯਾਹੂ ਨੇ ਖੂਫੀਆ ਅਧਿਕਾਰੀਆਂ ਨੂੰ ਇਹ ਕੰਮ ਗੁਪਤ ਤਰੀਕੇ ਨਾਲ ਕਰਨ ਲਈ ਕਿਹਾ ਹੈ। ਹਾਲਾਂਕਿ 22 ਨਵੰਬਰ ਨੂੰ ਨੇਤਨਯਾਹੂ ਨੇ ਜਨਤਕ ਤੌਰ ਤੇ ਕੁਝ ਅਜਿਹਾ ਕਿਹਾ ਸੀ। ਉਸਨੇ ਕਿਹਾ ਸੀ ਕਿ ਉਸਨੇ ਇਜ਼ਰਾਈਲੀ ਖੂਫੀਆ ਏਜੰਸੀ ਮੋਸਾਦ ਨੂੰ ਹਮਾਸ ਨੇਤਾਵਾਂ ਨੂੰ ਮਾਰਨ ਦਾ ਹੁਕਮ ਦਿੱਤਾ ਸੀ। ਜਦੋਂ ਨੇਤਨਯਾਹੂ ਇਹ ਸਭ ਕਹਿ ਰਹੇ ਸਨ ਤਾਂ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੇਟ ਉਹਨਾਂ ਦੇ ਨਾਲ ਖੜੇ ਸਨ। ਉਹਨਾਂ ਨੇ ਕਿਹਾ ਸੀ ਹਮਾਸ ਦੇ ਨੇਤਾ ਉਦਾਰ ਦੀ ਜ਼ਿੰਦਗੀ ਜੀ ਰਹੇ ਨੇ, ਉਹਨਾਂ ਦੀ ਮੌਤ ਤੈਅ ਹੋ ਚੁੱਕੀ ਹੈ। ਮਾਰਕੋ ਰੂਬੀਓ ਦੀ ਅਗਵਾਈ ਵਿੱਚ 5 ਰਿਪਬਲਿਕਨ ਸੈਨੇਟਰਾਂ ਨੇ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਨੂੰ ਚੀਨੀ ਸਾਹ ਦੀ ਬਿਮਾਰੀ ਦੇ ਮਾਮਲਿਆਂ ਵਿੱਚ ਵਾਧੇ ਤੋਂ ਬਾਅਦ ਅਮਰੀਕਾ ਤੇ ਚੀਨ ਦਰਮਿਆਨ ਯਾਤਰਾ ਤੇ ਪਾਬੰਦੀ ਲਗਾਉਣ ਲਈ ਕਿਹਾ ਹੈ। ਸੈਨੇਟ ਇੰਟੈਲੀਜੈਂਸ ਕਮੇਟੀ ਦੇ ਨੇਤਾ ਰਿਪਬਲਿਕਨ ਰੂਬੀਓ ਅਤੇ ਸੈਨੇਟਰ ਜੇਡੀ ਸਣੇ 5 ਸੈਨੇਟਰਾਂ ਦੇ ਦਸਤਖਤ ਕੀਤੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਾਨੂੰ ਅਮਰੀਕਾ ਅਤੇ ਚੀਨ ਵਿਚਕਾਰ ਯਾਤਰਾ ਤੇ ਤੁਰੰਤ ਪਾਬੰਦੀ ਲਗਾਉਣੀ ਚਾਹੀਦੀ ਹੈ, ਜਦੋਂ ਤੱਕ ਅਸੀਂ ਇਸ ਨਵੀਂ ਬਿਮਾਰੀ ਤੋਂ ਪੈਦਾ ਹੋਏ ਖਤਰਿਆਂ ਬਾਰੇ ਹੋਰ ਨਹੀਂ ਜਾਣਦੇ। CNN ਦੀ ਇੱਕ ਰਿਪੋਰਟ ਦੇ ਅਨੁਸਾਰ ਰਿਟੇਲ ਦਿੱਗਜ ਵਾਲਮਾਰਟ ਨੇ ਪੁਸ਼ਟੀ ਕੀਤੀ ਹੈ ਕਿ ਇਹ ਐਲਨ ਮਸਕ ਦੁਆਰਾ ਚਲਾਏ ਗਏ ਐਕਸ ਤੇ ਇਸ਼ਤਿਹਾਰਬਾਜ਼ੀ ਨਹੀਂ ਕਰ ਰਿਹਾ ਹੈ। ਵਾਲਮਾਰਟ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਐਕਸ ਤੇ ਇਸ਼ਤਿਹਾਰਬਾਜ਼ੀ ਨਹੀਂ ਕਰ ਰਹੇ ਹਾਂ, ਕਿਉਂਕਿ ਸਾਨੂੰ ਸਾਡੇ ਗਾਹਕਾਂ ਤੱਕ ਬਿਹਤਰ ਢੰਗ ਨਾਲ ਪਹੁੰਚਣ ਲਈ ਹੋਰ ਪਲੇਟਫਾਰਮ ਮਿਲੇ ਨੇ। ਵਾਲਮਾਰਟ ਦੀ ਵਿਦਾਇਗੀ ਨੇ ਪਿਛਲੇ ਮਹੀਨੇ ਮਸਕ ਦੁਆਰਾ ਇੱਕ ਵਿਰੋਧੀ ਪੋਸਟ ਦਾ ਸਮਰਥਨ ਕਰਨ ਤੋਂ ਬਾਅਦ ਐਕਸ ਨੂੰ ਛੱਡਣ ਵਾਲੀਆਂ ਫਰਮਾਂ ਦੀ ਵੱਧ ਰਹੀ ਸੂਚੀ ਵਿੱਚ ਵਾਧਾ ਕੀਤਾ ਹੈ। ਐਪਲ, ਡਿਜ਼ਨੀ, IBM, ਕੌਮਕਾਸਟ ਅਤੇ ਵਾਰਨਰ ਬ੍ਰਦਰਜ਼ ਡਿਸਕਵਰੀ ਉਹਨਾਂ ਕੰਪਨੀਆਂ ਵਿੱਚੋਂ ਨੇ ਜੋ ਹੁਣ ਐਕਸ ਤੇ ਵਿਗਿਆਪਨ ਨਹੀਂ ਖਰੀਦਦੀਆਂ। ਇਸ ਵਿਕਾਸ ਦੇ ਬਾਅਦ ਐਕਸ ਦੇ ਸੰਚਾਲਨ ਦੇ ਮੁਖੀ ਜੋ ਬੈਨਾਰੋਚ ਨੇ ਕਿਹਾ ਕਿ ਪਲੇਟਫਾਰਮ ਤੇ ਇਸ਼ਤਿਹਾਰ ਦੇਣ ਵਾਲੇ ਬ੍ਰਾਂਡ ਵੱਡੀ ਮਾਤਰਾ ਵਿੱਚ ਉਪਭੋਗਤਾਵਾਂ ਦੇ ਸਾਹਮਣੇ ਆਉਣ ਦੇ ਯੋਗ ਹੁੰਦੇ ਨੇ। ਰਿਪੋਰਟ ਵਿੱਚ ਦੱਸਿਆ ਗਿਆ ਹੈ ਵਾਲਮਾਰਟ ਦਾ ਐਕਸ ਤੇ ਇੱਕ ਸ਼ਾਨਦਾਰ ਭਾਈਚਾਰਾ ਹੈ ਅਤੇ ਐਕਸ ਤੇ ਅੱਧੇ ਅਰਬ ਲੋਕਾਂ ਦੇ ਨਾਲ ਪਲੇਟਫਾਰਮ ਹਰ ਸਾਲ ਛੁੱਟੀਆਂ ਬਾਰੇ
15 ਬਿਲੀਅਨ ਪ੍ਰਭਾਵ ਅਨੁਭਵ ਕਰਦਾ ਹੈ। 50% ਤੋਂ ਵੱਧ ਐਕਸ ਉਪਭੋਗਤਾ ਆਪਣੀ ਜ਼ਿਆਦਾਤਰ ਜਾਂ ਸਾਰੀ ਖਰੀਦਾਰੀ ਆਨਲਾਈਨ ਕਰਦੇ ਨੇ। ਬੈਨਰੋਚ ਦੇ ਹਵਾਲੇ ਨਾਲ ਕਿਹਾ ਗਿਆ ਸੀ, ਉਸਨੇ ਦਾਅਵਾ ਕੀਤਾ ਕਿ ਵਾਲਮਾਰਟ ਦਾ ਐਕਸ ਤੋਂ ਵਿਗਿਆਪਨ ਵਾਪਸ ਲੈਣ ਦਾ ਫੈਸਲਾ ਮਸਕ ਦੀ ਕਾਰਵਾਈ ਦਾ ਸਿੱਧਾ ਨਤੀਜਾ ਨਹੀਂ ਹੈ ਅਤੇ ਕਿਹਾ ਕਿ ਵਾਲਮਾਰਟ ਹੋਰ ਤਰੀਕਿਆਂ ਨਾਲ ਪਲੇਟਫਾਰਮ ਤੇ ਸਰਗਰਮ ਹੈ। ਵਾਲਮਾਰਟ ਨੇ ਅਕਤੂਬਰ ਤੋਂ ਐਕਸ ਤੇ ਇਸ਼ਤਿਹਾਰ ਨਹੀਂ ਦਿੱਤਾ, ਇਸ ਲਈ ਇਹ ਕੋਈ ਹਾਲੀਆ ਵਿਰਾਮ ਨਹੀਂ ਹੈ। ਕੰਪਨੀ ਹੁਣੇ ਹੀ ਐਕਸ ਤੇ 10 ਲੱਖ ਤੋਂ ਵੱਧ ਲੋਕਾਂ ਦੇ ਆਪਣੇ ਭਾਈਚਾਰੇ ਨਾਲ ਸੰਗਠਿਤ ਰੂਪ ਨਾਲ ਜੁੜੀ ਰਹੀ ਹੈ। ਬੈਨਰੋਚ ਨੇ ਕਿਹਾ ਕਿ ਇਸ ਹਫਤੇ ਦੇ ਸ਼ੁਰੂ ਵਿੱਚ ਮਸਕ ਨੇ ਅੱਜ ਤੱਕ ਦੀ ਆਪਣੀ ਬੇਵਕੂਫੀ ਸੋਸ਼ਲ ਮੀਡੀਆ ਪੋਸਟ ਲਈ ਮੁਆਫੀ ਮੰਗੀ ਹੈ। ਹਾਲਾਂਕਿ ਉਸਨੇ ਸਪਾਂਸਰਾਂ ਤੋਂ ਜ਼ੋਰਦਾਰ ਹਮਲਾ ਕੀਤਾ ਜਿਨ੍ਹਾਂ ਨੇ ਉਸ ਦੀ ਸਾਈਟ ਨੂੰ ਛੱਡ ਦਿੱਤਾ ਹੈ। ਮੈਂ ਨਹੀਂ ਚਾਹੁੰਦਾ ਕਿ ਉਹ ਇਸ਼ਤਿਹਾਰ ਦੇਣ, ਮਸਕ ਨੇ ਕਿਹਾ। ਜੇਕਰ ਕੋਈ ਮੈਨੂੰ ਇਸ਼ਤਿਹਾਰ ਦੇ ਕੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਨ ਜਾ ਰਿਹਾ ਹੈ ਤਾਂ ਮੈਨੂੰ ਪੈਸੇ ਦੇ ਕੇ ਬਲੈਕਮੇਲ ਕਰੋ, ਤੁਸੀਂ ਖੁਦ ਜਾਓ, ਉਸਨੇ ਅੱਗੇ ਕਿਹਾ। ਆਸਟ੍ਰੇਲੀਆਈ ਸਰਕਾਰ ਨੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਡੀਸੀ ਵਿੱਚ ਸਮਿਥਸੋਨੀਅਨ ਨੈਸ਼ਨਲ ਮਿਊਜ਼ੀਅਮ ਆਫ ਨੈਚੁਰਲ ਹਿਸਟਰੀ ਤੋਂ ਸਵਦੇਸ਼ੀ ਅਵਸ਼ੇਸ਼ਾਂ ਦੀ ਵਾਪਸੀ ਦਾ ਸਵਾਗਤ ਕੀਤਾ ਹੈ। ਇੱਕ ਸਾਂਝੇ ਬਿਆਨ ਵਿੱਚ ਸਵਦੇਸ਼ੀ ਆਸਟ੍ਰੇਲੀਆਈ ਮੰਤਰੀ ਲਿੰਡਾ ਬਰਨੀ ਅਤੇ ਕਲਾ ਮੰਤਰੀ ਟੋਨੀ ਬੁਰਕੋ ਨੇ ਕਿਹਾ ਕਿ ਅਜਾਇਬ ਘਰ ਤੋਂ 14 ਆਦੀਵਾਸੀ ਪੂਰਵਜਾਂ ਦੇ ਅਵਸ਼ੇਸ਼ ਦੇਸ਼ ਨੂੰ ਵਾਪਸ ਭੇਜ ਦਿੱਤੇ ਗਏ ਨੇ। ਪੂਰਵਜਾਂ ਵਿੱਚੋਂ 7 ਨੂੰ ਵਿਕਟੋਰੀਆ, ਪੱਛਮੀ ਆਸਟ੍ਰੇਲੀਆ ਅਤੇ ਦੱਖਣੀ ਆਸਟ੍ਰੇਲੀਆ ਰਾਜਾਂ ਵਿੱਚ ਉਹਨਾਂ ਦੇ ਸੰਬੰਧਿਤ ਪਰੰਪਰਾਗਤ ਰੱਖਿਅਕਾਂ ਨੂੰ ਵਾਪਸ ਕਰ ਦਿੱਤਾ ਜਾਵੇਗਾ ਅਤੇ 5 ਨੂੰ ਸਰਕਾਰ ਦੀ ਅਗਵਾਈ ਹੇਠ ਉਹਨਾਂ ਦੇ ਗ੍ਰਹਿ ਰਾਜਾਂ ਵਿੱਚ ਵਾਪਸ ਕਰ ਦਿੱਤਾ ਜਾਵੇਗਾ। 2 ਹੋਰਾਂ ਨੂੰ ਵਿਕਟੋਰੀਆ ਵਿੱਚ ਇੱਕ ਕਮਿਊਨਿਟੀ ਵਿੱਚ ਵਾਪਸ ਕੀਤਾ ਜਾਵੇਗਾ। ਆਸਟ੍ਰੇਲੀਆਈ ਸਰਕਾਰ ਦੇ ਅਨੁਸਾਰ 1990 ਤੋਂ ਲੈ ਕੇ 1700 ਸਵਦੇਸ਼ੀ ਆਸਟ੍ਰੇਲੀਆਈਆਂ ਦੇ ਅਵਸ਼ੇਸ਼ਾਂ ਨੂੰ ਦੁਨੀਆ ਭਰ ਦੀਆਂ ਸੰਸਥਾਵਾਂ ਅਤੇ ਸੰਗ੍ਰਹਿ ਤੋਂ ਵਾਪਸ ਭੇਜਿਆ ਗਿਆ ਹੈ। ਸ਼ੁੱਕਰਵਾਰ ਦੀ ਵਾਪਸੀ 2008 ਤੋਂ ਬਾਅਦ ਸਮਿਥਸੋਨੀਅਨ ਨੈਸ਼ਨਲ ਮਿਊਜ਼ੀਅਮ ਆਫ ਨੈਚੁਰਲ ਹਿਸਟਰੀ ਤੋਂ ਸਵਦੇਸ਼ੀ ਅਵਸ਼ੇਸ਼ਾਂ ਦੀ ਆਸਟ੍ਰੇਲੀਆ ਵਿੱਚ ਚੌਥੀ ਵਾਪਸੀ ਦੀ ਨਿਸ਼ਾਨਦੇਹੀ ਕਰਦੀ ਹੈ। ਆਸਟ੍ਰੇਲੀਅਨ ਸਰਕਾਰ ਨੇ 2012 ਵਿੱਚ ਸੰਸਾਰ ਭਰ ਤੋਂ ਜੱਦੀ ਅਵਸ਼ੇਸ਼ਾਂ ਅਤੇ ਸੱਭਿਆਚਾਰਕ ਵਿਰਾਸਤੀ ਸਮੱਗਰੀ ਦੀ ਵਾਪਸੀ ਦੀ ਨਿਗਰਾਨੀ ਕਰਨ ਲਈ ਸਵਦੇਸ਼ੀ ਵਾਪਸੀ ਲਈ ਸਲਾਹਕਾਰ ਕਮੇਟੀ ਦੀ ਸਥਾਪਨਾ ਕੀਤੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਭਾਰਤੀਆਂ ਨਾਲ ਸੰਪਰਕ ਵਧਾਉਣ ਦੇ ਉਦੇਸ਼ ਨਾਲ ਪਿਛਲੇ ਸਾਲ 1,40,000 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕੀਤੇ ਸਨ। ਇਸ ਦੇ ਨਾਲ ਹੀ ਅਮਰੀਕੀ ਪ੍ਰਸ਼ਾਸਨ ਵੀਜ਼ਾ ਇੰਟਰਵਿਊ ਲਈ ਉਡੀਕ ਮਿਆਦ ਨੂੰ ਘਟਾਉਣ ਲਈ ਕਈ ਕਦਮ ਚੁੱਕ ਰਿਹਾ ਹੈ। ਵੀਜ਼ਾ ਸੇਵਾਵਾਂ ਲਈ ਉਪ ਸਹਾਇਕ ਸਕੱਤਰ ਜੂਲੀ ਸਟਫਰਡ ਨੇ ਇੱਕ ਮੀਡੀਆ ਇੰਟਰਵਿਊ ਵਿੱਚ ਕਿਹਾ ਹੈ ਕਿ ਭਾਰਤ ਵਿੱਚ ਅਮਰੀਕੀ ਮਿਸ਼ਨ ਨੇ ਇਹ ਯਕੀਨੀ ਬਣਾਉਣ ਲਈ ਕੰਮ ਕੀਤਾ ਹੈ ਕਿ ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਕਰਨ ਤੋਂ ਪਹਿਲਾਂ ਇੰਟਰਵਿਊ ਲੈ ਲਏ ਜਾਣੇ ਚਾਹੀਦੇ ਨੇ। ਉਪ ਸਹਾਇਕ ਵਿਦੇਸ਼ ਮੰਤਰੀ ਨੇ ਕਿਹਾ ਕਿ ਇਸ ਸਾਲ ਅਮਰੀਕਾ ਨੇ ਭਾਰਤ ਤੋਂ ਆ ਰਹੀਆਂ ਮੰਗਾਂ ਨੂੰ ਪੂਰਾ ਕਰਨ ਲਈ ਅਣਥੱਕ ਯਤਨ ਕੀਤੇ। ਉਹਨਾਂ ਨੇ ਇਸ ਸਾਲ ਭਾਰਤ ਵਿੱਚ ਜੋ ਕੁਝ ਕੀਤਾ ਹੈ ਉਹਨਾਂ ਨੂੰ ਸੱਚਮੁੱਚ ਮਾਣ ਹੈ। ਉਹਨਾਂ ਦਾ ਮੰਨਣਾ ਹੈ ਕਿ ਇਤਿਹਾਸ ਵਿੱਚ ਪਹਿਲੀ ਵਾਰ ਉਹਨਾਂ ਨੇ ਭਾਰਤ ਵਿੱਚ 10 ਲੱਖ ਵੀਜ਼ੇ ਜਾਰੀ ਕਰਨ ਦਾ ਟੀਚਾ ਮਿੱਥਿਆ ਸੀ ਅਤੇ ਨਾ ਸਿਰਫ ਇਸ ਨੂੰ ਹਾਸਲ ਕਰ ਲਿਆ ਸੀ, ਸਗੋਂ ਕਈ ਮਹੀਨੇ ਪਹਿਲਾਂ ਹੀ ਪੂਰਾ ਕਰ ਲਿਆ ਸੀ। ਸਟਫਰਡ ਨੇ ਕਿਹਾ ਕਿ ਇਸ ਸਾਲ ਭਾਰਤ ਤੋਂ ਅਮਰੀਕਾ ਆਉਣ ਵਾਲੇ ਕਰਮਚਾਰੀਆਂ, ਚਾਲਕ ਦਲ ਦੇ ਮੈਂਬਰਾਂ ਅਤੇ ਵਿਦਿਆਰਥੀਆਂ ਲਈ ਰਿਕਾਰਡ ਗਿਣਤੀ ਵਿੱਚ ਅਰਜ਼ੀਆਂ ਆਈਆਂ ਨੇ। ਲਾਸ ਐਂਜਲਸ ਵਿੱਚ ਪਿਛਲੇ ਮਹੀਨੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸ਼ਹਿਰ ਭਰ ਵਿੱਚ ਵੱਖ-ਵੱਖ ਘਟਨਾਵਾਂ ਵਿੱਚ 3 ਬੇਘਰੇ ਲੋਕਾਂ ਨੂੰ ਗੋਲੀ ਮਾਰਨ ਵਾਲੇ ਇੱਕ ਸ਼ੱਕੀ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਪੁਲਿਸ ਮੁਖੀ ਮਿਸ਼ੇਲ ਮੂਰ ਨੇ ਮੇਅਰ ਕੈਰਨ ਬਾਸ ਅਤੇ ਜ਼ਿਲ੍ਹਾ ਅਟਾਰਨੀ ਜਾਰਜ ਗੈਸਕੋਨ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਿੰਨੋਂ ਗੋਲੀਬਾਰੀ ਨਵੰਬਰ ਦੀ ਸਵੇਰ ਦੇ ਸਮੇਂ ਵਾਪਰੀ। ਪੁਲਿਸ ਮੁਖੀ ਮਿਸ਼ੇਲ ਮੂਰ ਨੇ ਕਿਹਾ ਕਿ ਤਿੰਨੋਂ ਮਾਮਲਿਆਂ ਵਿੱਚ ਪੀੜਿਤ ਇਕੱਲੇ ਸਨ। ਉਹਨਾਂ ਕਿਹਾ ਕਿ ਸਾਰੇ ਪੀੜਿਤਾਂ ਨੂੰ ਗੋਲੀ ਮਾਰੀ ਗਈ ਸੀ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ। ਸਥਾਨਕ ਨਿਊਜ਼ ਆਊਟਲੈਟ ਲਾਸ ਐਂਜਲਸ ਟਾਈਮਜ਼ ਦੀਆਂ ਰਿਪੋਰਟਾਂ ਮੁਤਾਬਕ ਪੁਲਿਸ ਵਿਭਾਗ ਨੇ ਜਾਂਚਕਰਤਾਵਾਂ ਦੀ ਇੱਕ ਟਾਸਕ ਫੋਰਸ ਬਣਾਈ ਹੈ ਜੋ ਦੋਸ਼ੀ ਨੂੰ ਫੜਨ ਲਈ ਦਿਨ ਰਾਤ ਕੰਮ ਕਰ ਰਹੇ ਨੇ। ਪੁਲਿਸ ਨੇ ਦੱਸਿਆ ਕਿ ਜੋਸ ਬੈਲਾਨੋਸ, ਜਿਸ ਦੀ ਉਮਰ 37 ਸਾਲ ਹੈ, 26 ਨਵੰਬਰ ਨੂੰ ਸਵੇਰੇ 3 ਵਜੇ ਦੇ ਕਰੀਬ ਦੱਖਣੀ ਲਾਸ ਐਂਜਲਸ ਵਿੱਚ ਗੋਲੀ ਲੱਗਣ ਨਾਲ ਜ਼ਖਮੀ ਹਾਲਤ ਵਿੱਚ ਮਿਲਿਆ ਸੀ। ਅਗਲੇ ਦਿਨ 62 ਸਾਲਾ ਮਾਰਕ ਡਿਗਸ ਨੂੰ ਸਵੇਰੇ 5 ਵਜੇ ਦੇ ਕਰੀਬ ਡਾਊਨਟਾਊਨ ਨੇੜੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਤੀਜੀ ਗੋਲੀਬਾਰੀ ਲਿੰਕਨ ਹਾਈਟਸ ਖੇਤਰ ਵਿੱਚ 29 ਨਵੰਬਰ ਨੂੰ ਦੁਪਹਿਰ 2:30 ਵਜੇ ਦੇ ਕਰੀਬ ਹੋਈ, ਜਿਸ ਵਿੱਚ ਇੱਕ 52 ਸਾਲਾ ਵਿਅਕਤੀ ਦੀ ਮੌਤ ਹੋ ਗਈ। ਲਾਸ ਐਂਜਲਸ ਦੇ ਮੇਅਰ ਨੇ ਸ਼ਹਿਰ ਦੇ ਬੇਘਰ ਲੋਕਾਂ ਨੂੰ ਇਕੱਲੇ ਨਾ ਸੌਣ ਦੀ ਅਪੀਲ ਕੀਤੀ।
ਉਹਨਾਂ ਕਿਹਾ ਕਿ ਜਲਦੀ ਹੀ ਦੋਸ਼ੀ ਨੂੰ ਫੜ ਕੇ ਉਸ ਦੀ ਜਵਾਬਦੇਹੀ ਕੀਤੀ ਜਾਵੇਗੀ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਰਚਨਾ ਸੇਵਕ ਨੂੰ ਦੇ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਟੀਵੀ ਪੰਜਾਬ। ਸਟੈਟਿਸਟਿਕਸ ਕੈਨੇਡਾ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਨਵੇਂ ਅੰਕੜਿਆਂ ਅਨੁਸਾਰ ਨਵੰਬਰ ਮਹੀਨੇ ਕੈਨੇਡਾ ਵਿੱਚ 25,000 ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ। ਨੌਕਰੀਆਂ ਵਿੱਚ ਇਸ ਹਲਕੇ ਵਾਧੇ ਦੇ ਬਾਵਜੂਦ ਬੇਰੁਜ਼ਗਾਰੀ ਦਰ ਵੱਧ ਕੇ 5.8% ਦਰਜ ਕੀਤੀ ਗਈ। COP28 ਦੇ ਪਹਿਲੇ ਦਿਨ ਇੱਕ ਨਵਾਂ ਕਲਾਈਮੇਟ ਫੰਡ ਸਥਾਪਿਤ ਕਰਨ ਦਾ ਹੋਇਆ ਇਤਿਹਾਸਿਕ ਸਮਝੌਤਾ। ਕੈਨੇਡਾ ਨੇ ਵੀ ਇਸ ਫੰਡ ਵਿੱਚ $16 ਮਿਲੀਅਨ ਦੇ ਯੋਗਦਾਨ ਦੀ ਪ੍ਰਗਟਾਈ ਵਚਨਬੱਧਤਾ। ਵੀਰਵਾਰ ਨੂੰ ਓਨਟਾਰੀਓ ਵਿੱਚ ਹੋਈਆਂ ਜ਼ਿਮਣੀ ਚੋਣਾਂ ਵਿੱਚ ਗ੍ਰੀਨ ਪਾਰਟੀ ਦੀ ਜਿੱਤ ਹੈ। ਕਲੈਂਸੀ ਨੇ NDP ਉਮੀਦਵਾਰ ਨੂੰ ਹਰਾ ਕੇ ਕਿਚਨਰ ਸੈਂਟਰ ਦੀ ਇਸ ਸੀਟ ਉੱਤੇ ਕੀਤਾ ਕਬਜ਼ਾ। 2018 ਤੋਂ ਇਸ ਸੀਟ ਉੱਤੇ ਸੀ NDP ਦਾ ਹੀ ਕਬਜ਼ਾ। ਅਤੇ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਖੇ ਭਿਆਨਕ ਸੜਕ ਹਾਦਸੇ ਵਿੱਚ ਮੌਤ। ਬਲਾਕ ਮਾਹਿਲਪੁਰ ਦੇ ਦਲਵੀਰ ਸਿੰਘ 6 ਸਾਲ ਪਹਿਲਾਂ ਆਇਆ ਸੀ ਕੈਨੇਡਾ। ਕਾਰ ਅਤੇ ਟਰੈਕਟਰ ਨਾਲ ਹੋਈ ਭਿਆਨਕ ਟੱਕਰ 'ਚ ਹੋਈ ਦਲਵੀਰ ਸਿੰਘ ਦੀ ਮੌਤ।